ਸਟੂਡੈਂਟਸ, ਤੁਹਾਡਾ ਅੱਜ ਦੀ ਵੀਡੀਓ ਤੇ ਸਵਾਗਤ ਹੈ। ਤੁਹਾਨੂੰ ਮੈਂ ਵੈਲਕਮ ਕਰਦਾ। ਅਸੀਂ ਸਟਾਰਟ ਕਰ ਚੁੱਕੇ ਹਾਂ MCES ਦਾ ਸਬਜੈਕਟ। ਅੱਜ ਦਾ ਲੈਕਚਰ ਨੰਬਰ 2 ਹੈ, ਮਾਈਕਰੋ ਕੰਟਰੋਲਰ ਐਂਡ ਇੰਬੈਡਡ ਸਿਸਟਮਸ। ਲਾਸਟ ਲੈਕਚਰ 'ਚ ਜਿਹੜੀ ਵੀਡੀਓ ਸੀ ਉਹ 'ਚ ਆਪਾਂ ਦੇਖਿਆ ਸੀ ਕਿ ਇੰਬੈਡਡ ਸਿਸਟਮ ਕੀ ਹੁੰਦਾ ਵਾ, ਉਹਦਾ ਓਵਰਵਿਊ ਦੇਖਿਆ ਸੀ ਆਪਾਂ ਕਿ ਇਹ ਉਹ ਸਿਸਟਮ ਹੈ ਜੋ ਕਿ ਆਪਾਂ ਡਿਜ਼ਾਈਨ ਕਰਦੇ ਹਾਂ ਕਿਸੇ ਪਰਟੀਕੂਲਰ ਟਾਸਕ ਵਾਸਤੇ। ਫਿਰ ਆਪਾਂ ਦੇਖਿਆ ਸੀ ਉਹਦੀ ਐਪਲੀਕੇਸ਼ਨਸ ਦੇ ਬਾਰੇ। ਇੰਬੈਡਡ ਸਿਸਟਮਸ ਦੀਆਂ ਕਾफ़ੀ ਐਪਲੀਕੇਸ਼ਨਸ ਹੈ, ਆਲਮੋਸਟ ਅੱਜ ਕੱਲ੍ਹ ਹਰ ਜਗ੍ਹਾ 'ਤੇ ਯੂਜ਼ ਹੁੰਦਾ ਹੈ ਇੰਬੈਡਡ ਸਿਸਟਮਸ। ਚਾਹੇ ਵਾਸ਼ਿੰਗ ਮਸ਼ੀਨ ਦੇਖ ਲਓ, ਚਾਹੇ ਟੈਲੀਵਿਜ਼ਨ ਦੇਖ ਲਓ, ਚਾਹੇ ਮੋਬਾਈਲ फ़ोन ਦੇਖ ਲਓ, ਚਾਹੇ ਕੈਮਰਾਜ਼ ਦੇਖ ਲਓ, ਕੋਈ ਵੀ ਦੇਖ ਲਓ ਐਪਲੀਕੇਸ਼ਨਸ ਕਾफ़ੀ ਜਗ੍ਹਾ 'ਤੇ ਯੂਜ਼ ਹੋ ਰਿਹਾ ਅੱਜ ਕੱਲ੍ਹ। ਫਿਰ ਆਪਾਂ ਦੇਖਿਆ ਸੀ ਕਿ ਮਾਈਕਰੋ ਕੰਟਰੋਲਰ ਦਾ ਓਵਰਵਿਊ। ਮਾਈਕਰੋ ਕੰਟਰੋਲਰ ਕੀ ਹੁੰਦਾ ਵਾ, ਇੱਕ ਤਰ੍ਹਾਂ ਦਾ ਆਪਾਂ ਇਹਨੂੰ ਬ੍ਰੇਨ ਕਹਿ ਸਕਦੇ ਹਾਂ ਇੰਬੈਡਡ ਸਿਸਟਮ ਦਾ। ਫਿਰ ਆਪਾਂ ਦੇਖੇ ਸੀ ਕਿੰਨੇ ਟਾਈਪਸ ਹੈ, ਕਾफ़ੀ ਵੇਰੀਅਸ ਟਾਈਪਸ ਹੁੰਦੇ ਹੈ ਮਾਈਕਰੋ ਕੰਟਰੋਲਰਸ ਦੇ ਜੋ ਕਿ ਅੱਜ ਕੱਲ੍ਹ ਮਾਰਕੀਟ 'ਚ ਅਵੇਲੇਬਲ ਹੈ। ਅਸੀਂ 8051 ਪਿਕ AVR ਅਤੇ NXP ਆਰਮ ਬੇਸਡ ਮਾਈਕਰੋ ਕੰਟਰੋਲਰ ਆਪਾਂ ਟਾਈਪਸ ਦੇਖੀ ਸੀਗੀਆਂ ਲਾਸਟ ਵੀਡੀਓ 'ਚ। ਫਿਰ ਆਪਾਂ ਦੇਖਿਆ ਸੀ ਡਿਫਰੈਂਸ ਮਾਈਕਰੋ ਪ੍ਰੋਸੈਸਰ ਅਤੇ ਮਾਈਕਰੋ ਕੰਟਰੋਲਰ ਦਾ। ਮਾਈਕਰੋ ਪ੍ਰੋਸੈਸਰ ਇੱਕ ਜਨਰਲ ਪ੍ਰੋਸੈਸਰ ਹੈ, ਲੇਕਿਨ ਜਿਹੜਾ ਮਾਈਕਰੋ ਕੰਟਰੋਲਰ ਹੈ ਉਹ ਪ੍ਰੋਸੈਸਿੰਗ ਦੇ ਨਾਲ ਨਾਲ ਉਹਦੇ ਵਿੱਚ ਇਨਬਿਲਟ ਹੋਰ ਵੀ ਫੀਚਰ ਹੁੰਦੇ ਹੈ, ਜਿੱਦਾਂ ਮੈਮਰੀ, ਇਨਪੁਟ ਆਊਟਪੁੱਟ ਪੋਰਟਸ, ਟਾਈਮਰ, ਸੀਰੀਅਲ ਪੋਰਟ। ਇਸ ਤੋਂ ਇਲਾਵਾ ਅੱਜ ਕੱਲ੍ਹ ਹੋਰ ਵੀ ਫੀਚਰ ਇਹ 'ਚ ਐਡ ਕੀਤੇ ਆ ਰਹੇ, ਜਿੱਦਾਂ ਇਨਬਿਲਟ ADC ਹੈ। ADC ਮਤਲਬ ਐਨਾਲੌਗ ਟੂ ਡਿਜੀਟਲ ਕਨਵਰਟਰ। ਫਿਰ ਆਪਾਂ ਦੇਖਿਆ ਸੀ ਵੌਨ ਨਿਊਮੈਨ ਅਤੇ ਹਾਰਵਰਡ ਆਰਕੀਟੈਕਚਰ ਦਾ ਡਿਫਰੈਂਸ, ਜਿਸ 'ਚ ਦੇਖਿਆ ਸੀ ਆਪਾਂ ਵੌਨ ਨਿਊਮੈਨ ਜਿਹੜਾ ਵਾ ਉਹਦੇ 'ਚ ਇੱਕੋ ਹੀ ਮੈਮਰੀ ਯੂਜ਼ ਹੁੰਦੀ ਹੈ ਡੇਟਾ ਅਤੇ ਮੈਮਰੀ ਅਤੇ ਪ੍ਰੋਗਰਾਮ ਸਟੋਰ ਕਰਨ ਵਾਸਤੇ। ਲੇਕਿਨ ਜਿਹੜਾ ਹਾਰਵਰਡ ਆਰਕੀਟੈਕਚਰ ਹੈ ਉਹਦੇ 'ਚ ਦੋ ਡਿਫਰੈਂਟ ਮੈਮਰੀ ਯੂਜ਼ ਕੀਤੀਆਂ ਜਾਂਦੀਆਂ ਵਾ, ਇੱਕ ਮੈਮਰੀ ਡੇਟਾ ਵਾਸਤੇ, ਦੂਸਰੀ ਮੈਮਰੀ ਪ੍ਰੋਗਰਾਮ ਵਾਸਤੇ। ਫਿਰ ਆਪਾਂ ਲਾਸਟ ਦੇਖਿਆ ਸੀਗਾ ਰਿਸਕ ਅਤੇ ਸਿਸਕ ਵਿੱਚ ਡਿਫਰੈਂਸ। ਰਿਸਕ ਮਤਲਬ ਸੀਗਾ ਰਿਡਿਊਸਡ ਇੰਸਟਰਕਸ਼ਨ ਸੈੱਟ ਕੰਪਿਊਟਰ, ਸਿਸਕ ਸੀਗਾ ਕੰਪਲੈਕਸ ਇੰਸਟਰਕਸ਼ਨ ਸੈੱਟ ਕੰਪਿਊਟਰ। ਅਤੇ ਅੱਜ ਦੀ ਵੀਡੀਓ 'ਚ ਤੁਸੀਂ ਸਟੱਡੀ ਕਰੋਗੇ 8051 ਦੇ ਬੇਸਿਕ ਫੀਚਰਸ ਦੇ ਬਾਰੇ। ਫਿਰ ਉਸ ਤੋਂ ਬਾਅਦ ਉਹਦਾ ਬਲੋਕ ਡਾਇਗਰਾਮ। ਫਿਰ ਉਹਦੇ ਦੋ ਬਲੋਕ ਆਪਾਂ ਅੱਜ ਸਟੱਡੀ ਕਰਾਂਗੇ। ਇੱਕ ਪਹਿਲਾ ਕਰਾਂਗੇ ਆਪਾਂ CPU, ਦੂਸਰਾ ਆਪਾਂ ਸਟੱਡੀ ਕਰਾਂਗੇ ਪ੍ਰੋਗਰਾਮ ਮੈਮਰੀ। ਹੁਣ ਆਪਾਂ ਸਟੱਡੀ ਕਰਦੇ ਹਾਂ 8051 ਦੇ ਫੀਚਰਸ ਦੇ ਬਾਰੇ ਕਿ 8051 ਜਿਹੜਾ ਮਾਈਕਰੋ ਕੰਟਰੋਲਰ ਹੈ ਉਹਦੇ ਕੀ ਕੀ ਫੀਚਰਸ ਹੈ, ਉਹ 'ਚ ਕੀ ਕੀ ਲੱਗਿਆ ਅਤੇ ਕਿਹੜੇ ਕਿੰਨੇ ਸਾਈਜ਼ ਦੇ ਹੈ। ਤੁਹਾਨੂੰ ਪਤਾ ਲੱਗੇਗਾ ਜਿਹੜਾ ਮਾਈਕਰੋ ਕੰਟਰੋਲਰ ਹੈ ਉਹਦੇ ਵਿੱਚ ਇਨਬਿਲਟ ਮੈਮਰੀ ਅਤੇ ਪੋਰਟਸ ਅਵੇਲੇਬਲ ਹੁੰਦੇ ਹੈ। ਇਹ ਆਪਾਂ ਦਾ ਡਿਫਰੈਂਸ ਸੀਗਾ ਮਾਈਕਰੋ ਪ੍ਰੋਸੈਸਰ ਦੇ ਨਾਲ। ਪ੍ਰੋਸੈਸਿੰਗ ਦੇ ਦੋਨੋਂ ਹੀ ਕਰਦੇ ਹੈ। ਅਤੇ 8051 ਦੇ ਬਾਰੇ ਦੇਖਦੇ ਆਪਾਂ ਉਹਦੇ ਕੀ ਫੀਚਰਸ ਹੈ। 8051 ਮਾਈਕਰੋ ਕੰਟਰੋਲਰ ਇਜ਼ ਡਿਜ਼ਾਈਨਡ ਬਾਏ ਇੰਟੈਲ ਇਨ 1981 ਯੂਜ਼ਿੰਗ NMOS ਟੈਕਨੋਲੋਜੀ। ਕਿ 8051 ਇੰਟੈਲ ਨੇ ਡਿਜ਼ਾਈਨ ਕੀਤਾ ਸੀਗਾ 1981 ਵਿੱਚ। ਜਿਹੜੀ ਟੈਕਨੋਲੋਜੀ ਉਹਨਾਂ ਨੇ ਯੂਜ਼ ਕੀਤੀ ਸੀਗੀ ਉਹ ਸੀਗੀ NMOS ਦੀ। NMOS ਦਾ ਮਤਲਬ ਕੀ ਹੈ? NMOS ਇੱਕ ਟਰਾਂਜ਼ਿਸਟਰ ਹੈ, ਠੀਕ ਹੈ, ਜੋ ਕਿ ਮੋਸਫੈਟ ਬੇਸ 'ਤੇ ਹੈ। ਮੋਸਫੈਟ ਤੁਹਾਨੂੰ ਪਤਾ ਹੀ ਹੈ, ਮੈਟਲ ਆਕਸਾਈਡ ਸੈਮੀਕੰਡਕਟਰ ਫੀਲਡ ਇਫੈਕਟ ਟਰਾਂਜ਼ਿਸਟਰ। ਜਿਹੜਾ ਮੋਸ ਟਰਾਂਜ਼ਿਸਟਰ ਹੈ ਉਹ ਆਪਣਾ ਮੈਜੋਰਟੀ ਕੈਰੀਅਰਸ 'ਤੇ ਬੇਸ ਹੁੰਦਾ ਵਾ, ਠੀਕ ਹੈ। ਇਹ ਦੋ ਤਰ੍ਹਾਂ ਦੇ ਮੋਸ ਹੁੰਦੇ ਆਪਣੇ ਕੋਲ, NMOS ਅਤੇ PMOS। ਜਿਹੜਾ PMOS ਹੈ ਇਹ 'ਚ ਜਿਹੜਾ ਸੋਰਸ 'ਤੇ ਡਰੇਨ ਰਹੇਗਾ ਉਹ P ਟਾਈਪ ਦਾ ਰਹੇਗਾ, ਅਤੇ NMOS ਜਿਹੜਾ ਸੋਰਸ 'ਤੇ ਡਰੇਨ ਰਹੇਗਾ ਉਹ ਰਹੇਗਾ N ਟਾਈਪ ਦਾ। ਜਿਹੜਾ ਮੋਸ ਟਰਾਂਜ਼ਿਸਟਰ ਹੈ ਉਹ ਆਪਣਾ ਨੋਰਮਲੀ ਕੀ ਹੁੰਦਾ ਵਾ, ਆਫ ਹੁੰਦਾ ਵਾ। ਮੀਨਸ ਆਪਾਂ ਇਹ 'ਚ ਕੁਛ ਵੋਲਟੇਜ ਆਪਾਂ ਇਹਨੂੰ ਅਪਲਾਈ ਕਰਾਂਗੇ ਤਾਂ ਹੀ ਆਪਣਾ ਇਹ ਟਰਾਂਜ਼ਿਸਟਰ ਆਪਣਾ ਔਨ ਹੁੰਦਾ ਵਾ। ਅਤੇ ਫਸਟ ਟਾਈਮ ਜਦੋਂ ਆਪਾਂ ਦੇਖਿਆ ਜਿਹੜਾ ਇੰਟੈਲ ਹੈ ਉਹਨਾਂ ਨੇ 8051 ਜਦੋਂ ਫਸਟ ਟਾਈਮ ਡਿਜ਼ਾਈਨ ਕੀਤਾ, ਉਹ ਕੀਤਾ ਸੀ ਉਹਨਾਂ ਨੇ NMOS ਟੈਕਨੋਲੋਜੀ ਦੇ ਬੇਸ। ਲੇਕਿਨ ਅਗਰ ਆਪਾਂ ਅੱਜ ਦੇ ਟਾਈਮ 'ਚ ਦੇਖੀਏ, ਅੱਜ ਦੇ ਟਾਈਮ ਜਿਹੜੀ ਵੀ ਮਾਈਕਰੋ ਕੰਟਰੋਲਰ IC ਨੂੰ ਡਿਜ਼ਾਈਨ ਕਰ ਰਿਹਾ ਵਾ, ਜਿਹੜੀ ਵੀ ਕੋਈ ਕੰਪਨੀ ਹੈ ਜਿਹੜੇ 8051 ਦੀ IC ਨੂੰ ਡਿਜ਼ਾਈਨ ਕਰਦਾ ਵਾ, ਉਹ ਕਰ ਰਿਹਾ ਵਾ CMOS ਟੈਕਨੋਲੋਜੀ ਦੇ ਬੇਸ। ਕਿਉਂਕਿ ਜਿਹੜੀ NMOS ਟੈਕਨੋਲੋਜੀ ਸੀਗੀ ਉਹਦੀ ਜਿਹੜੀ ਆਊਟਪੁੱਟ ਹੈ ਉਹਦੀ ਵੋਲਟੇਜ ਸਵਿੰਗ ਜਿਹੜੀ ਆ ਪ੍ਰੋਪਰ ਨਹੀਂ ਹੈ, ਅਤੇ ਨਾਲੇ ਜਿਹੜੀ ਪਾਵਰ ਡਿਸਟ੍ਰੀਬਿਊਸ਼ਨ ਦੀ ਆਪਾਂ ਗੱਲ ਕਰੀਏ ਉਹ CMOS ਦੇ ਬੇਸ 'ਚ ਲੋਅਰ ਹੈ ਐਜ਼ ਕੰਪੇਅਰ ਟੂ NMOS। CMOS ਉਹ ਵੀ ਕੰਪਲੀਮੈਂਟਰੀ ਮੈਟਲ ਆਕਸਾਈਡ ਸੈਮੀਕੰਡਕਟਰ ਹੈ, ਉਹ PMOS ਅਤੇ NMOS ਦੇ ਕੰਬੀਨੇਸ਼ਨ ਤੋਂ ਹੀ ਬਣਿਆ ਹੋਇਆ CMOS।
ਇਹਦੇ ਜਿਹੜੇ ਐਡਵਾਂਟੇजेस ਹੈ ਓਵਰ ਦੈਨ ਮੋਸਟ, ਇਸ ਲਈ ਜਿਹੜੇ ਅੱਜ ਕੱਲ੍ਹ ਜਿਹੜਾ ਵਾ ਉਹ ਸੀਮੋਸ ਬੇਸ ਹੀ ਡਿਜ਼ਾਈਨ ਹੋ ਰਿਹਾ ਵਾ 8051 ਮਾਈਕਰੋ ਕੰਟਰੋਲਰ ਦੀ ਆਈਸੀਸ। ਹੁਣ ਅਗਲਾ ਫੀਚਰ ਹੈ 8051 ਦਾ, ਇਟ ਇਜ਼ ਐਨ 8-bit ਮਾਈਕਰੋ ਕੰਟਰੋਲਰ। ਮੀਨਸ ਜਿਹੜਾ 8051 ਹੈ ਉਹ 8-bit ਦਾ ਮਾਈਕਰੋ ਕੰਟਰੋਲਰ ਹੈ। ਮੀਨਸ ਜਿਹੜੀ ਇਹ ਪ੍ਰੋਸੈਸਿੰਗ ਕਰ ਸਕਦਾ ਵੈ ਉਹ ਮੈਕਸੀਮਮ 8-bit ਡਾਟਾ ਦੀ ਕਰ ਸਕਦਾ ਵੈ। ਬਿਟ ਕੀ ਹੈ ਆਪਣਾ, ਹੁਣ ਬਿਟ ਮਤਲਬ ਕਿ ਇੱਕ ਲੋਐਸਟ ਯੂਨਿਟ ਹੈ ਕਿਤੇ ਬਾਈਨਰੀ ਨੰਬਰ ਸਿਸਟਮ 'ਚ। ਬਾਈਨਰੀ ਨੰਬਰ ਸਿਸਟਮ ਦਾ ਬੇਸ 2 ਹੁੰਦਾ ਵੈ, 2 ਡਿਜਿਟਸ ਹੁੰਦੀਆਂ ਉਹ 'ਚ 0 ਜਾਂ 1। ਮਤਲਬ ਆਪਣੇ ਕੋਲ ਇੱਕ 0 ਹੈ ਉਹਨੂੰ ਪਕਾਵਾਂਗੇ 1 ਬਿਟ, ਜੇ ਆਪਣੇ ਕੋਲ 2 0 ਹੈ ਉਹਨੂੰ ਪਕਾਵਾਂਗੇ 2 ਬਿਟਸ। ਇੱਦਾਂ ਜੇ ਆਪਣੇ ਕੋਲ ਇੱਕ 1 ਹੈ ਉਹਨੂੰ ਪਕਾਵਾਂਗੇ 1 ਬਿਟ, ਜੇ ਆਪਣੇ ਕੋਲ 2 1 ਹੈ ਉਹਨੂੰ ਪਕਾਵਾਂਗੇ 2 ਬਿਟਸ। ਠੀਕ ਹੈ, ਮੀਨਸ ਬਿਟ ਕੀ ਇੱਕ ਯੂਨਿਟ ਹੈ ਕਿਹਦਾ, ਬਾਈਨਰੀ ਨੰਬਰ ਸਿਸਟਮ ਦਾ। ਹੁਣ 8051 ਜਿਹੜਾ ਵੈ ਉਹ 'ਚ 8-bit ਦਾ ਵੈ, ਉਹ ਮੀਨਸ ਉਹ 8-bit ਦੀ ਹੀ ਮੈਕਸੀਮਮ ਪ੍ਰੋਸੈਸਿੰਗ ਕਰ ਸਕਦਾ ਵਾ। ਜੇ ਡੇਟਾ 8-bit ਦਾ ਆ ਰਿਹਾ ਵੈ ਤਾਂ ਉਹ ਸਿੰਪਲ ਉਹਨੂੰ ਪ੍ਰੋਸੈਸ ਕਰ ਦੇਗਾ ਉਹ। ਲੇਕਿਨ ਜੇ ਮੰਨ ਲਓ ਡੇਟਾ ਆਪਣੇ ਕੋਲ 16-bit ਦਾ ਵੈ, ਆਪਣੇ ਕੋਲ 2 ਨੰਬਰ ਹੈ 16-bit ਦੇ, ਆਪਾਂ ਦੋਵਾਂ ਨੂੰ ਐਡ ਕਰਨਾ ਵੈ, ਤਾਂ ਕੀ ਕਰੇਗਾ ਇਹ ਪਹਿਲੇ ਨੰਬਰਸ ਨੂੰ ਡਿਵਾਈਡ ਕਰੇਗਾ 8-8 ਬਿਟ ਵਿੱਚ, ਫਿਰ ਲੋਅਰ 8 ਬਿਟਸ ਨੂੰ ਐਡ ਕਰੇਗਾ, ਉਸ ਤੋਂ ਬਾਅਦ ਫਿਰ ਇਹ ਅੱਪਰ 8 ਬਿਟਸ ਨੂੰ ਐਡ ਕਰੇਗਾ। ਠੀਕ ਹੈ, ਹੁਣ ਅਗਲਾ ਫੀਚਰ ਹੈ ਇਟ ਇਜ਼ ਬਿਲਟ ਵਿਦ 40 ਪਿੰਸ ਡੀਪ। ਇਟ ਇਜ਼ ਬਿਲਟ ਵਿਦ 40 ਪਿੰਸ ਡੀਪ। ਡੀਪ ਮਤਲਬ ਡੂਅਲ ਇਨਲਾਈਨ ਪੈਕੇਜ। ਡੀਪ ਇੱਕ ਤਰ੍ਹਾਂ ਦੀ ਪੈਕੇਜਿੰਗ ਹੈ, ਜਿਹੜੇ ਆਪਣਾ ਮਾਈਕਰੋ ਕੰਟਰੋਲਰ ਹੈ 8051 ਇਹਦੀ ਆਈਸੀ ਨੂੰ ਪੈਕੇਜ ਕਰਨ ਵਾਸਤੇ, ਕਵਰ ਕਰਨ ਵਾਸਤੇ ਇੱਕ ਪੈਕੇਜਿੰਗ ਹੈ, ਉਹਨੂੰ ਆਪਾਂ ਕਹਿ ਰਹੇ ਹਾਂ ਇੱਥੇ ਡੀਪ। ਅੱਜ ਕੱਲ੍ਹ ਵੈਸੇ 8051 ਹੋਰ ਵੀ ਪੈਕੇਜਿੰਗ ਚਾਹੁੰਦਾ ਪਿਆ, ਲੇਕਿਨ ਜਿਹੜੀ ਫੇਮਸ ਪੈਕੇਜਿੰਗ ਉਹ ਡੀਪ ਹੀ ਹੈ। ਅਤੇ ਆਪਣੇ ਕੋਲ ਜਿਹੜੀ ਆਈਸੀ ਹੈ ਕਿੰਨੇ ਪਿੰਨ ਦੀ ਹੈ, 40 ਪਿੰਨ ਦੀ ਆਈਸੀ ਆਪਣੇ ਕੋਲ, ਮੀਨਸ 40 ਪਿੰਨ ਹੈ ਇਹਦੇ ਵਿੱਚ। ਹੁਣ ਜਿਹੜੀ ਮੈਮਰੀ ਇਹਦੇ ਇਨਬਿਲਟ ਹੈ, ਰੋਮ ਕਿੰਨੀ ਇਹਦੇ ਅੰਦਰ, ਰੋਮ ਹੈ 4 KB। 4 KB ਮਤਲਬ 4 ਕਿਲੋਬਾਈਟਸ ਹੈ। ਰੋਮ ਤੁਹਾਨੂੰ ਪਤਾ ਹੀ ਹੈ, ਰੋਮ ਮਤਲਬ ਰੀਡ ਓਨਲੀ ਮੈਮਰੀ, ਜਿਸ ਮੈਮਰੀ ਨੂੰ ਆਪਾਂ ਸਿਰਫ ਰੀਡ ਕਰ ਸਕਦੇ ਹਾਂ। ਅਤੇ ਰੈਮ ਕਿੰਨੀ ਇਨਬਿਲਟ, ਰੈਮ ਹੈ 128 ਬਾਈਟਸ। ਰੈਮ ਮਤਲਬ ਰੈਂਡਮ ਐਕਸੈਸ ਮੈਮਰੀ। ਹੁਣ ਦੇਖੋ ਰੋਮ ਅਤੇ ਰੈਮ ਦੋ ਡਿਫਰੈਂਟ ਮੈਮਰੀ ਯੂਜ਼ ਹੋ ਰਹੀਆਂ ਵਾ 8051 'ਚ। ਆਪਾਂ ਪਿਛਲੇ ਵੀਡੀਓ 'ਚ ਸਟੱਡੀ ਕੀਤਾ ਸੀਗਾ ਵੌਨ ਨਿਊਮੈਨ ਅਤੇ ਹਾਰਵਰਡ ਦਾ ਆਰਕੀਟੈਕਚਰ, ਦੋਵਾਂ ਡਿਫਰੈਂਸ ਦੇਖਿਆ ਸੀ ਆਪਾਂ। ਹੁਣ ਜਦੋਂ ਦੋ ਡਿਫਰੈਂਟ ਮੈਮਰੀ ਆਪਾਂ ਯੂਜ਼ ਕਰ ਰਹੇ ਹਾਂ, ਪ੍ਰੋਗਰਾਮ ਵਾਸਤੇ ਅਲੱਗ ਅਤੇ ਡੇਟਾ ਵਾਸਤੇ ਅਲੱਗ, ਉਹਦਾ ਮਤਲਬ ਕੀ ਹੈ, ਕਿਹੜਾ ਆਰਕੀਟੈਕਚਰ ਦਾ ਬੇਸ ਹੈ, ਉਹਦਾ ਮਤਲਬ ਹੈ ਕਿ ਜਿਹੜਾ 8051 ਹੈ ਉਹ ਹਾਰਵਰਡ ਆਰਕੀਟੈਕਚਰ ਦੇ ਬੇਸ ਹੈ। ਕਿਉਂਕਿ ਵੌਨ ਨਿਊਮੈਨ 'ਚ ਕੀ ਸੀਗਾ ਕਿ ਇੱਕੋ ਮੈਮਰੀ 'ਚ ਡੇਟਾ ਵੀ ਸਟੋਰ ਹੋ ਰਿਹਾ ਹੈ ਅਤੇ ਉਸੇ ਮੈਮਰੀ 'ਚ ਪ੍ਰੋਗਰਾਮ ਸਟੋਰ ਹੁੰਦਾ ਹੈ। ਲੇਕਿਨ ਜੇ ਆਪਾਂ ਦੋ ਡਿਫਰੈਂਟ ਮੈਮਰੀ ਯੂਜ਼ ਕਰ ਰਹੇ ਹਾਂ ਉਹਨੂੰ ਆਪਾਂ ਕਹਾਂਗੇ ਹਾਰਵਰਡ ਆਰਕੀਟੈਕਚਰ। ਨੈਕਸਟ ਹੈ 216-bit ਟਾਈਮਰਸ। ਇਹ 'ਚ 2 ਟਾਈਮਰਸ ਹੈ, ਦੋਨੋਂ ਹੀ 16-bit ਦੇ ਹੁੰਦੇ ਹੈ। ਟਾਈਮਰ ਦਾ ਕੰਮ ਆਪਾਂ ਅੱਗੇ ਫਰਦਰ ਡਿਟੇਲ ਸਟੱਡੀ ਕਰਾਂਗੇ। ਨਾਓ ਇਟ ਕੰਸਿਸਟਸ ਆਫ 4 ਪੈਰਲਲ 8-bit ਪੋਰਟਸ। ਇਹ 'ਚ 4 ਪੈਰਲਲ ਪੋਰਟਸ ਹੈ ਅਤੇ ਚਾਰੋਂ ਹੀ 8-8 ਬਿਟ ਦੇ ਹੈ। An on-chip crystal oscillator is integrated in the microcontroller having crystal frequency of 12 MHz। ਇਹ 'ਚ ਆਪਾਂ ਜਿਹੜੀ ਫ੍ਰੀਕੁਐਂਸੀ ਪ੍ਰੋਵਾਈਡ ਕਰਦੇ ਹਾਂ 8051 ਨੂੰ ਉਹ ਹੈ 12 MHz। ਅੱਗੇ ਆਪਣੀ ਡੇਟਾ ਬੱਸ ਹੈ, ਡੇਟਾ ਬੱਸ ਕਿੰਨੇ ਬਿਟ ਦੀ ਹੈ 8051 'ਚ, ਉਹ ਹੈ 8 ਬਿਟ ਦੀ। ਹੁਣ ਦੇਖੋ ਡੇਟਾ ਬੱਸ ਦਾ ਮਤਲਬ ਕੀ ਹੈ, ਅ ਕਲੈਕਸ਼ਨ ਆਫ ਵਾਇਰ। ਮੀਨਸ ਕਲੈਕਸ਼ਨ ਆਫ ਵਾਇਰ ਹੈ ਜੋ ਕਿ ਇੱਕ ਸਿਗਨਲ ਲੈ ਕੇ ਜਾ ਰਹੀ ਹੈ, ਇੱਕ ਇਨਫੋਰਮੇਸ਼ਨ ਕੈਰੀ ਕਰਦੀ ਹੈ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੋਂ। ਠੀਕ ਹੈ, ਹੁਣ ਜਿਹੜਾ 8051 ਹੈ ਉਹ 8 ਬਿਟ ਦਾ ਹੈ, ਇਸ ਲਈ ਡੇਟਾ ਬੱਸ ਵੀ ਕਿੰਨੇ ਬਿਟ ਦੀ ਹੈ 8 ਬਿਟ ਦੀ ਹੈ, ਕਿਉਂਕਿ ਮੈਕਸੀਮਮ ਇਹ 8 ਬਿਟ ਨੂੰ ਹੀ ਪ੍ਰੋਸੈਸ ਕਰ ਸਕਦਾ ਹੈ। ਅਤੇ ਓਬਵੀਅਸਲੀ ਡੇਟਾ ਬੱਸ ਜਿਹੜੀ ਉਹ ਡੇਟਾ ਹੀ ਲੈ ਕੇ ਜਾਏਗੀ। ਨੈਕਸਟ ਹੈ ਐਡਰੈਸ ਬੱਸ ਜੋ ਕਿ ਐਡਰੈਸ ਕੈਰੀ ਕਰਦੀ ਹੈ। ਇਹ ਕਿੰਨੀ ਹੈ ਆਪਣੇ ਕੋਲ 8051 'ਚ, ਇਹ ਹੈ 16 ਬਿਟ ਦੀ। ਠੀਕ ਹੈ, ਹੁਣ ਇੱਥੋਂ ਆਪਾਂ ਇੱਕ ਹੋਰ ਚੀਜ਼ ਫਾਈਂਡ ਆਊਟ ਕਰ ਸਕਦੇ ਹਾਂ ਐਡਰੈਸ ਬੱਸ ਤੋਂ। ਆਪਾਂ ਮੈਕਸੀਮਮ ਮੈਮਰੀ ਦੇਖ ਸਕਦੇ ਹਾਂ ਕਿ ਇੱਕ ਸੀ ਮਾਈਕਰੋ ਕੰਟਰੋਲਰ 'ਤੇ ਕਿੰਨੀ ਮੈਮਰੀ ਹੋ ਸਕਦੀ ਹੈ, ਉਹ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਐਡਰੈਸ ਬੱਸ ਤੋਂ। ਹੁਣ ਮੈਕਸੀਮਮ ਮੈਮਰੀ ਦਾ ਫਾਰਮੂਲਾ ਕੀ ਰਹੇਗਾ, ਉਹ ਰਹੇਗਾ 2 ਐਡਰੈਸ ਬੱਸ ਕਿੰਨੇ ਬਿਟ ਦੀ ਹੈ। ਹੁਣ ਤਾਂ 16 ਬਿਟ ਦੀ ਹੈ ਤਾਂ 2 ਉਹ ਮੈਮਰੀ ਰਹੇਗੀ ਮੈਕਸੀਮਮ ਮੈਮਰੀ 8051 ਦੀ। ਤਾਂ 2 ਕਿੰਨਾ ਹੋਏਗਾ, ਉਹ ਹੋਏਗਾ ਆਪਣਾ 64 ਕਿਲੋਬਾਈਟਸ। ਇਨਬਿਲਟ 4 ਕਿਲੋਬਾਈਟਸ ਹੈ, ਲੇਕਿਨ ਜਿਹੜੀ ਮੈਕਸੀਮਮ ਮੈਮਰੀ ਹੈ 8051 ਦੀ ਉਹ 64 ਕਿਲੋਬਾਈਟਸ ਹੋ ਸਕਦੀ ਹੈ।
क्योंकि एड्रैस बस कितनी बिट दी है 16 बिट दी। नेक्स्ट फीचर है वन फुल डुप्लैक्स सीरियल पोर्ट। एक सीरियल पोर्ट एक ही है, पैरेलल पोर्ट 4 है अपने को, लेकिन सीरियल पोर्ट एक है। वो किहड़े मोड च काम करता है, वो करता है फुल डुप्लैक्स मोड च। हुण फुल डुप्लैक्स का मतलब की है, ਅਸੀਂ डिफरेंट मोड्स पढ़े है, सिंपलैक्स, हाफ डुप्लैक्स, फुल डुप्लैक्स। सिंपलैक्स का मतलब क्या है कि जो डिवाइस है वो सिर्फ डेटा सेंड कर सकता है या रिसीव कर सकता है, मतलब दोनों सिर्फ एक ही काम कर सकता है। तो डुप्लैक्स का मतलब क्या है कि डेटा आप सेंड भी कर सकते हैं तो रिसीव भी कर सकते हैं। तो फुल डुप्लैक्स मतलब की है कि इक्को टाइम ते मीनस साइमल्टेनियसली आप डेटा सेंड भी कर रहे हैं तो रिसीव भी कर रहे हैं। जो आप टैलीफोन की गल करिए, मोबाइल फोन की गल करिए, जो आप किसी परसन नाल आप फोन पर गल करते हैं तो आप भी बोल रहे होंगे तो अगला बंदा भी उस टाइम पर बोल सकता है। मीनस आप इक्को टाइम ते डेटा सेंड भी कर सकते हैं तो रिसीव भी कर सकते हैं, उन्होंने आप कह रहे हैं फुल डुप्लैक्स। तो 8051 के अंदर इनबिल्ट फुल डुप्लैक्स सीरियल पोर्ट अपने को अवेलेबल है। इस इंटरप्ट्स कितनी है, 3 इंटरनल इंटरप्ट्स है तो 2 एक्सटर्नल इंटरप्ट्स हैं। तो लास्ट का पॉइंट है 16 बिट प्रोग्राम काउंटर एंड डेटा पॉइंटर। प्रोग्राम काउंटर का की काम होंदा है, इट इज़ यूज टू होल्ड द एड्रैस ऑफ नैक्सट इंस्ट्रक्शन। मतलब जेडी इंस्ट्रक्शन एग्जीक्यूट कर रहा है 8051 CPU, ਜਿਹੜੀ इंस्ट्रक्शन ਨੂੰ ਐਗਜ਼ੀਕਿਊਟ ਕਰ ਰਿਹਾ ਹੈ ਉਸ ਤੋਂ ਜਿਹੜੀ ਅਗਲੀ ਇੰਸਟਰਕਸ਼ਨ ਹੋਏਗੀ ਉਹਦਾ ਜਿਹੜਾ ਐਡਰੈਸ ਹੈ ਉਹ ਪ੍ਰੋਗਰਾਮ ਕਾਊਂਟਰ ਨੂੰ ਸਟੋਰ ਕਰਕੇ ਰੱਖਦਾ ਹੈ। तो डेटा पॉइंटर का काम की है, डेटा पॉइंटर का काम भी एड्रैस ਨੂੰ स्टोर करना ही है। ਹੁਣ दोनों एड्रैस स्टोर कर रहे हैं, प्रोग्राम काउंटर तो डेटा पॉइंटर, इसलिए दोनों किन्ने बिट दे है, दोनों ही 16 बिट दे। क्योंकि अपनी एड्रैस बस किन्ने बिट दी सी, एड्रैस बस सी अपनी 16 बिट दी। नैक्सट आप देखते हैं, नैक्सट है अपना 8051 का ब्लॉक डायग्राम। मीनस किहड़े ब्लॉक लगे है 8051 के अंदर। देखो इधर अपने को लैफ्ट साइड ते अपना सेंटर च CPU लगा हुआ है। CPU का मतलब है सेंट्रल प्रोसैसिंग यूनिट, जो कि प्रोसैसिंग करने लिए आप यूज़ करते हैं CPU ਨੂੰ। तो CPU ही मेन है जोड़ा कि काम करता है कि जो आप कोई इनपुट प्रोवाइड करते हैं 8051 ਨੂੰ, तो प्रोसैसिंग करता है, प्रोसैसिंग किच होंगी CPU च। तो बाकी पैरीफेरल्स जोड़े लगे है इनबिल्ट, देखो मैमरी लगी है, और रोम है अपने को रीड ओनली मैमरी जो कि 4K दी है। रैम है रैंडम एक्सैस मैमरी, ये 128 बाइट्स की है। 2 टाइमर्स है अपने को, दोनों 16 बिट के होंगे है, टाइमर 1 तो टाइमर 2। इतने अपने देखो सीरियल पोर्ट है जो कि फुल डुप्लैक्स मोड च काम करता है। 2 पिन है, देखो इतने लिखो TXT ते कि लिखे दूसरा RXT। TXT मतलब ट्रांसमिट करना, रिसीव मतलब डेटा रिसीव करना। मीनस डेटा ट्रांसमिट करने वास्ते रिसीव करने वास्ते अलग अलग अपने को 2 पिन होंगियां सीरियल मोड वास्ते, क्योंकि ये काम करता है फुल डुप्लैक्स मोड च। तो पैरेलल पोर्ट्स अपने को 4 है, 4 IO पोर्ट्स, IO मतलब इनपुट आउटपुट। मीनस एक जोड़ा पोर्ट है वो एज एन अपा इनपुट भी यूज़ कर सकते हैं, आप एज एन आउटपुट भी कर सकते हैं। 4 पोर्ट्स किहड़े है, पोर्ट 0, पोर्ट 1, पोर्ट 2 तो पोर्ट 3। बस कंट्रोल है अपने को, डेटा बस तो एड्रैस बस होंगी है जिन्होंने कंट्रोल कर रहे बस कंट्रोल। तो OSC है, OSC मतलब है ओसिलोस्कोप, ओसीलेटर, सॉरी ओसीलेटर मतलब है OSC मतलब ओसीलेटर, मतलब कि जी फ्रिक्वेंसी आप प्रोवाइड करते हैं 8051 आप इतों प्रोवाइड कर रहे हैं थ्रू ओसीलेटर थ्रू। तो अपन बस एक्सटर्नली की लगाना पेगा, सिर्फ अपन ये जो अपना बनया हुआ है ये सिंबल किया हुआ है, ये है क्रिस्टल ओसीलेटर का। अपन सिर्फ क्रिस्टल ओसीलेटर लगाना पेगा 12 मेगाहर्ट्ज़ का, तो इनू फ्रिक्वेंसी प्रोवाइड करने वास्ते CPU ਨੂੰ। ये अपना वा इंटरप्ट कंट्रोल, एक कंट्रोल करेगा किनू इंटरप्ट्स ਨੂੰ। 3 अपने को इंटरनल है, 2 अपने को की है एक्सटर्नल इंटरप्ट्स होंगी 8051 च। ਹੁਣ ਆਪਾਂ ਇਸ ਤੋਂ ਬਾਅਦ ਕੱਲੇ ਬਲੋਕ ਨੂੰ डिटेल स्टडी करांगे। ਹੁਣ पहला ब्लॉक है अपना CPU का। CPU का मतलब सेंट्रल प्रोसैसिंग यूनिट। इट इज़ द हार्ट ऑफ द माइक्रो कंट्रोलर। देखो CPU प्रोसैसिंग करता है, मीनस जी प्रोसैसिंग हो रही है 8051 के अंदर वो CPU कर रहा है। तो अपना की रहेगा, ये अपना रहेगा हार्ट रहेगा कि माइक्रो कंट्रोलर का। इट मेनली कंप्राइजेज ऑफ एन अर्थमैटिक लॉजिक यूनिट ALU एंड कंट्रोल यूनिट CU एंड अदर इंपॉर्टेंट कंपोनेंट्स। इस मेनली की कंपोनेंट लगे है, एक लगे हुआ है ALU, दूसरा की लगे हुआ है CU। ALU का मतलब की है अर्थमैटिक लॉजिक यूनिट, तो CU का मतलब की है कंट्रोल यूनिट।
The CPU is the primary device in communicating with peripheral devices like memory, input and output. ਅਸੀਂ ਬਲੌਕ ਡਾਇਗਰਾਮ ਦੇਖਿਆ ਸੀਗਾ ਕਿ ਦੇਖੋ ਜਿਹੜਾ CPU ਹੈ ਉਹ ਮੈਮਰੀ ਨਾਲ ਵੀ ਇੰਟਰਫੇਸ ਕੀਤਾ ਹੋਇਆ ਇੱਥੇ ਆਪਾਂ ਤੇ ਪੋਰਟਸ ਨਾਲ ਵੀ ਆਪਾਂ ਇੰਟਰਫੇਸ ਕੀਤਾ ਹੋਇਆ। ਇਹਦਾ ਮਤਲਬ ਕੀ ਹੈ, ਜਿਹੜਾ CPU ਹੈ ਉਹ ਆਪਣਾ ਪ੍ਰਾਇਮਰੀ ਡਿਵਾਈਸ ਹੈ ਜੋ ਕਿ ਕਮਿਊਨੀਕੇਟ ਕਰ ਰਿਹਾ ਕਿ ਨਾਲ ਬਾਕੀ ਪੈਰੀਫਰਲ ਡਿਵਾਈਸਿਸ ਨਾਲ। ਤੇ ALU मतलब अर्थमैटिक एंड लॉजिकल यूनिट मीनस अर्थमैटिक ऑपरेशन भी होंगे तो लॉजिकल ऑपरेशन भी ये ही परफॉर्म किए जाते हैं। अगला पास सीखा CPU का दूसरा पार्ट की है CU और कंट्रोल यूनिट इज रिस्पॉन्सिबल फॉर टाइमिंग ऑफ द कम्युनिकेशन प्रोसेस बिटवीन द CPU एंड इट्स पेरीफरल्स। मीनस एक ही करता है कंट्रोल करता है कम्युनिकेशन प्रोसैस ਨੂੰ कंट्रोल करता है ਜਿਹੜੇ कि CPU ਤੇ ਜਿਹੜੇ ਉਹਦੇ ਹੋਰ ਪੈਰੀਫਰਲ ਨਾਲ ਜੋ ਅਟੈਚ ਕੀਤੇ ਗਏ ਹੈ ਉਹਨਾਂ ਜਿਹੜੀ ਕਮਿਊਨੀਕੇਸ਼ਨ ਪ੍ਰੋਸੈਸ ਹੋ ਰਹੀ ਹੈ ਉਹ ਫਿਰ ਉਹਦੀ ਟਾਈਮਿੰਗ ਨੂੰ ਕੰਟਰੋਲ ਕਰਦਾ ਹੈ, ਜਿਹੜਾ ਆਪਣਾ ਕੰਟਰੋਲ ਯੂਨਿਟ ਹੈ। ਨੀਚੇ ਡਾਇਗਰਾਮ ਦੇਖੋ, CPU ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ, ਇਕੁਅਲ ਟੂ ਕੀ ਹੈ ਦੋ ਬਲੌਕਸ ਹੈ ALU ਤੇ CU। ALU मतलब अर्थमैटिक लॉजिक यूनिट तो CU मतलब कंट्रोल यूनिट। ये दोनों आपस की है इंटरफेस किए गए हैं, ठीक है। मीनस ये आपस डेटा भी ट्रांसफर करते हैं एक दूसरे को प्रोसैसिंग दौरान। ਹੁਣ ਆਪਾਂ ਅਗਲਾ ਆਪਣਾ ਕੰਪੋਨੈਂਟ ਦੇਖਦੇ ਹਾਂ, ਆਪਾਂ ਜਿਹੜਾ ਬਲੌਕ ਡਾਇਗਰਾਮ ਬਣਾਇਆ ਸੀ 8051 ਦਾ। ਹੁਣ ਆਪਣਾ ਅਗਲਾ ਬਲੌਕ ਹੈ ਪ੍ਰੋਗਰਾਮ ਮੈਮਰੀ। ਜਿਹੜਾ ਆਪਾਂ ਰੋਮ ਦੀ ਗੱਲ ਕਰੀਏ, ਰੋਮ ਆਪਣੀ ਇਨਬਿਲਡ ਜਿਹੜੀ ਹੈ 4K ਹੈ, ਮੀਨਸ 4 ਕਿਲੋਬਾਈਟਸ ਹੈ 8051 ਦੇ ਵਿੱਚ। ਹੁਣ ਪ੍ਰੋਗਰਾਮ ਮੈਮਰੀ ਕੀ ਕਰਦੀ ਹੈ, ਇਹਦਾ ਕੰਮ ਕੀ ਹੈ ਬੇਸਿਕਲੀ, ਦ ਇੰਸਟਰਕਸ਼ਨਸ ਆਫ ਦ CPU ਆਰ ਸਟੋਰਡ ਇਨ ਦ ਪ੍ਰੋਗਰਾਮ ਮੈਮਰੀ। ਜਿਹੜੀਆਂ ਇੰਸਟਰਕਸ਼ਨਸ ਆਪਾਂ ਦੇਣੀਆਂ ਵੇ CPU ਨੂੰ, ਜੋ ਨੇ ਕੰਮ ਕਰਨਾ ਹੈ, ਜੋ ਨੇ ਪ੍ਰੋਸੈਸਿੰਗ ਕਰਨੀ ਹੈ, ਉਹ ਕਿੱਥੇ ਸਟੋਰ ਹੁੰਦੀਆਂ ਵੇ, ਉਹ ਹੁੰਦੀਆਂ ਵੇ ਪ੍ਰੋਗਰਾਮ ਮੈਮਰੀ 'ਚ, ਠੀਕ ਹੈ। ਪ੍ਰੋਗਰਾਮ ਮੈਮਰੀ 'ਚ ਕੀ ਸਟੋਰ ਹੋਏਗਾ, ਜਿਹੜੀਆਂ ਆਪਣੀਆਂ ਇੰਸਟਰਕਸ਼ਨਸ ਹੈ ਜੋ ਆਪਾਂ CPU ਨੂੰ ਦਿੰਦੇ ਹਾਂ ਕਿ ਹਾਂਜੀ ਤਾਂ ਮੰਨ ਲਓ ਆਪਾਂ ਕੋਈ ਦੋ ਨੰਬਰਸ ਨੂੰ ਐਡ ਕਰਨਾ ਹੈ ਜਾਂ ਆਪਾਂ ਦੋ ਨੰਬਰਸ ਨੂੰ ਸਬਟਰੈਕਟ ਕਰਨਾ ਹੈ, ਤਾਂ ਆਪਾਂ ਕੋਈ ਇੰਸਟਰਕਸ਼ਨ ਕੋਈ ਕਮਾਂਡ ਦੇਵਾਂਗੇ CPU ਨੂੰ ਉਹ ਪ੍ਰੋਸੈਸ ਕਰਨ ਵਾਸਤੇ। ਫਿਰ ਉਹ ਜਿਹੜੀ ਇੰਸਟਰਕਸ਼ਨ ਹੈ ਉਹ ਆਪਾਂ ਕਿੱਥੇ ਸਟੋਰ ਕਰਦੇ ਹਾਂ, ਉਹ ਆਪਾਂ ਕਰਦੇ ਹਾਂ program memory. It is usually implemented as read-only memory or ROM, where the program written into it will be retained even when the power is down or the system is reset. हाँ जी, ਹੁਣ ਜਿਹੜੀ ਪ੍ਰੋਗਰਾਮ ਮੈਮਰੀ ਬੇਸਿਕਲੀ ਕਿਹੜੀ ਹੋਏਗੀ ਆਪਣੀ, ਉਹ ਹੋਏਗੀ ਰੋਮ मतलब ਰੀਡ ਓਨਲੀ ਮੈਮਰੀ, ਠੀਕ ਹੈ। ਹੁਣ ਜਿਹੜੀ ਰੋਮ ਹੈ ਆਪਣੀ ਉਹ 'ਚ ਕੀ ਹੁੰਦਾ ਵਾ, ਪ੍ਰੋਗਰਾਮ ਜਿਹੜਾ ਆਪਾਂ ਸੇਵ ਕਰਦੇ ਹਾਂ ਉਹ ਜੇ ਆਪਾਂ ਪਾਵਰ ਆਫ ਵੀ ਕਰ ਦਈਏ ਜਾਂ ਆਪਾਂ ਸਿਸਟਮ ਨੂੰ ਰੀਸੈਟ ਵੀ ਕਰ ਦਈਏ, ਈਵਨ ਦੈਨ ਜਿਹੜਾ ਪ੍ਰੋਗਰਾਮ ਉਹਦੇ 'ਚ ਸੇਵ ਰਹੇਗਾ, ਕਿਉਂਕਿ ਆਪਣੀ ਕਿਹੜੀ ਮੈਮਰੀ ਹੁੰਦੀ ਹੈ, ਨੋਨ ਵੋਲੇਟਾਈਲ ਮੈਮਰੀ ਆਪਾਂ ਕਹਿੰਦੇ ਹਾਂ ਰੋਮ ਨੂੰ, ਰੀਡ ਓਨਲੀ ਮੈਮਰੀ, ਠੀਕ ਹੈ। ਹੁਣ 8051 'ਚ ਇਨਬਿਲਟ ਰੋਮ ਹੈ, ਕਿੰਨੀ ਹੈ 4K ਰੋਮ, ਠੀਕ ਹੈ। ਇੱਥੇ ਆਪਾਂ ਇੱਕ ਹੋਰ ਗੱਲ ਡਿਸਕਸ ਕਰਦੇ ਹਾਂ। ਤੁਹਾਨੂੰ ਮੈਂ ਕਿਹਾ ਸੀ ਜਿਹੜੀ ਆਪਣੀ ਐਡਰੈਸ ਬੱਸ ਹੁੰਦੀ ਹੈ ਉਹ ਹੁੰਦੀ ਹੈ ਕਿੰਨੀ ਬਿਟ ਦੀ, 16 ਬਿਟ ਦੀ। 8051 'ਚ ਇਨਬਿਲਟ ਕਿੰਨੀ ਐਡਰੈਸ ਬੱਸ ਹੈ, 16 ਬਿਟ ਦੀ ਐਡਰੈਸ ਬੱਸ ਹੈ। ਤੇ ਜਦੋਂ ਆਪਾਂ ਮੈਮਰੀ ਕੱਢਣੀ ਹੋਵੇ, ਮੈਮਰੀ ਕੱਢਣ ਦਾ ਕੀ ਫਾਰਮੂਲਾ ਰਹੇਗਾ, 2⁻16। 2⁻16 ਤੁਸੀਂ ਕਨਵਰਟ ਕਰੋਗੇ ਉਹਦਾ ਵੈਲਿਊ ਕਿੰਨੀ ਆਏਗੀ ਕਿਲੋ ਵਿੱਚ। ਦੇਖੋ 2⁻10 ਹੁੰਦਾ ਵਾ 1 ਕਿਲੋ ਤੇ 2⁻6 ਹੁੰਦਾ ਵਾ 64, ठीक है। तो 2⁻10 इंटू 2⁻6 कितना हो गया 64 किलोबाइट्स। मीनस जी मैक्सीमम मैमरी हो सकती है 8051 जो आप इंटरफेस कर सकते हैं वो है 64K, लेकिन इनबिल्ट सिर्फ अपने कितनी है 4K। ਇਹਦਾ मतलब कि आप बाकी मैमरी जी आप एक्सटर्नली कनैक्ट कर सकते हैं 8051 ਨਾਲ ਜੇ ਆਪਾਂ ਨੂੰ रिक्वायर्ड है। मीनस जे अपना प्रोग्राम ਜਿਹੜਾ ਕੋਡ ਆਪਾਂ ਲਿਖਿਆ ਹੋਇਆ ਹੈ, ਜਿਹੜੇ ਆਪਾਂ ਨੰਬਰ ਆਫ ਇੰਸਟਰਕਸ਼ਨਸ ਲਿਖੀਆਂ ਹੋਇਆ, ਜਿਹੜੀ ਆਪਾਂ ਦੇਣੀਆਂ ਹੋਇਆ ਕਮਾਂਡ CPU ਨੂੰ, ਉਹ ਆਪਣੀਆਂ ਕਾਫੀ ਜ਼ਿਆਦਾ ਵਾ, ਮੀਨਸ ਉਹ 4K ਨਾਲੋਂ ਜ਼ਿਆਦਾ ਵਾ, ਤਾਂ ਆਪਾਂ ਐਕਸਟਰਨਲ ਮੈਮਰੀ ਯੂਜ਼ ਕਰ ਸਕਦੇ ਹਾਂ ਕਿਉਂਕਿ ਮੈਕਸਿਮਮ ਮੈਮਰੀ 8051 'ਚ 64K ਹੋ ਸਕਦੀ ਹੈ। ਹੁਣ ਪ੍ਰੋਗਰਾਮ ਮੈਮਰੀ 'ਚ ਨੈਕਸਟ ਪੁਆਇੰਟ ਕੀ ਆਉਂਦਾ ਵਾ, ਵੈਨ ਦ ਮਾਈਕਰੋ ਕੰਟਰੋਲਰ ਇਜ਼ ਪਾਵਰਡ ਔਨ ਔਰ ਮੈਨੂਅਲੀ ਰੀਸੈਟ, the processor executes a set of instructions from a predefined memory location
इन द प्रोग्राम मैमरी। मीनस एक प्री डिफाइंड लोकेशन होएगी। मान लीजिए आप लोकेशन कर दें एग्जाम्पल तौर पर बुला लेने कोई लोकेशन मीन्स 0012H मीन्स अपनी ये प्री डिफाइंड लोकेशन है 0012H। ਅਸੀਂ ਇਹ ਆਪਣੀ ਲੋਕੇਸ਼ਨ ਰੱਖ ਲਈ ਹੈ। ਜਦੋਂ ਵੀ ਆਪਾਂ ਮਾਈਕਰੋ ਕੰਟਰੋਲਰ ਨੂੰ ਔਨ ਕਰਾਂਗੇ ਜਾਂ ਆਪਾਂ ਇਹਨੂੰ ਰੀਸੈਟ ਕਰਾਂਗੇ ਤਾਂ ਜਿਹੜੀ ਇਹ ਇੰਸਟਰਕਸ਼ਨ ਜਿਹੜੀ ਉਹ ਸਟਾਰਟ ਕਰਨਾ ਸ਼ੁਰੂ ਕਰੇਗਾ ਐਗਜ਼ੀਕਿਊਟ ਕਰਨਾ ਉਹ ਕਰੇਗਾ 0012H ਲੋਕੇਸ਼ਨ ਤੋਂ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈ ਮੋਡਰਨ ਪ੍ਰੋਗਰਾਮ ਮੈਮਰੀ ਮੋਡਿਊਲਸ ਆਰ ਜਨਰਲੀ ਮੇਡ ਅਪ ਆਫ EEPROM electrically erasable programmable read-only memory or flash which are types of non-volatile memory। ਹੁਣ ਆਪ ਤੁਸੀਂ ਰੋਮ ਦੀਆਂ ਟਾਈਪਸ ਪੜ੍ਹੀਆਂ ਆਲਰੇਡੀ ਮਾਈਕਰੋ ਪ੍ਰੋਸੈਸਰ ਸਬਜੈਕਟ ਵਿੱਚ। ਟਾਈਪਸ ਕੀ ਹੁੰਦੀਆਂ ਵਾ ਰੋਮ EEPROM EEPROM ਦੈਨ ਉਸ ਤੋਂ ਬਾਅਦ ਫਲੈਸ਼ ਮੈਮਰੀ ਆ ਜਾਂਦੀ ਹੈ। ਹੁਣ ਜਿਹੜੀ EEPROM ਹੈ ਇਹ ਕੀ ਹੈ ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮ ਰੀਡ ਓਨਲੀ ਮੈਮਰੀ ਹੈ। ਠੀਕ ਹੈ। तो फ्लैश भी यही अपनी तरह की कह सकते हैं कि आप इरेज कर सकते हैं जो अपना प्रोग्राम स्टोर किया हुआ है। हूँ ये अपन की रिक्वायर्ड भी कि जी रोम सी वो जब आप एक बार प्रोग्राम जो लिखता वो फिक्स रहेगा अपन इरेज करके चेंज नहीं कर सकते मीनस अपन मॉडिफाई नहीं कर सकते। लेकिन जो आप मॉडिफाई करना चाहते हैं आप फिर की है अजकल लेटेस्ट टैक्नोलॉजी आ चुकी है। अजकल जो 8051 ICs आ रही हैं वो फ्लैश मैमरी काफ़ी यूज़ की जाती है क्योंकि आप चाहते हैं कि ਜਿਹੜਾ ਪ੍ਰੋਗਰਾਮ ਆਪਾਂ ਲਿਖਿਆ ਹੋਵੇ ਉਹਨੂੰ ਆਪਾਂ ਇਰੇਜ਼ ਕਰਕੇ ਦੁਬਾਰਾ ਉਹ 'ਚ ਕੋਈ ਹੋਰ ਪ੍ਰੋਗਰਾਮ ਲਿਖ ਸਕੀਏ। ਇਨ ਦਿਸ ਟਾਈਪ ਆਫ ਮੈਮਰੀ ਦਾ ਡੇਟਾ ਕੈਨ ਬੀ ਇਰੇਜ਼ਡ ਐਂਡ ਰੀਪ੍ਰੋਗਰਾਮਡ ਮੀਨਸ ਜੋ ਆਲਰੇਡੀ ਸੀ 'ਚ ਇੰਸਟਰਕਸ਼ਨਸ ਲਿਖੀਆਂ ਸੀਗੀਆਂ ਉਹਨੂੰ ਆਪਾਂ ਇਰੇਜ਼ ਕਰ ਸਕਦੇ ਹਾਂ ਪਰ ਆਪਾਂ ਇਹਨੂੰ ਰੀਪ੍ਰੋਗਰਾਮ ਕਰ ਸਕਦੇ ਹਾਂ। ਠੀਕ ਹੈ। ਤੇ ਸਟੂਡੈਂਟਸ ਅੱਜ ਦੀ ਵੀਡੀਓ 'ਚ ਆਪਾਂ ਇੰਨਾ ਹੀ ਸਟੱਡੀ ਕਰਾਂਗੇ। तो अज आप देख लिया हुआ कि 8051 माइक्रो कंट्रोलर के की फीचर्स है तो आप ब्लॉक डायग्राम देखा कि वो कि ब्लॉक्स लगे हुए हैं तो उन्होंने आप दो ब्लॉक अज आप डिस्कस किए हैं। पहला किया आप CPU सेंट्रल प्रोसैसिंग यूनिट, दूसरा आप किया हुआ प्रोग्राम मैमरी जो कि इंस्ट्रक्शनस नू स्टोर करने वास्ते आप यूज़ करते हैं प्रोग्राम मैमरी मीनस जो आप कोड लिखांगे वो वास्ते आप यूज़ करते हैं प्रोग्राम मैमरी। ठीक है। हुण मैं तुहाडे नाल कुछ 1 मार्क क्वेश्चनस डिस्कस करांगा जिहड़े आप अज वीडियो देखी है या फिर आप इस पहले वीडियो देखी सी उन्हां च इन्हां दे आंसरस तुहानूं मिल जाणगे। तो ये अपने 1 मार्क क्वेश्चनस है। हुण देखो पहला क्वेश्चन की है एक्सपैंड GPS मतलब GPS की फुल फॉर्म की है। GPS असी देखिया सीगा एप्लीकेशन देखी सी आपां एम्बेडेड सिस्टम्स की वो आपां पढ़िया सी GPS के बारे। GPS का मतलब है ग्लोबल पोजीशनिंग सिस्टम, ग्लोबल पोजीशनिंग सिस्टम। अगला अपना क्वेश्चन है रिस्क स्टैंड्स फॉर RISC यदि फुल फॉर्म पूछी गई है इत्थे। यदि फुल फॉर्म की होंदी है आप डिफरेंस देखा सीगा रिस्क तो सिस्क का वो पढ़िया सी आप लास्ट वीडियो यदि फुल फॉर्म है रिड्यूस्ड इंस्ट्रक्शन सैट कंप्यूटर, रिड्यूस्ड इंस्ट्रक्शन सैट कंप्यूटर। थर्ड है अपना इन 8051 प्रोग्राम काउंटर रजिस्टर हैज़ डैश बिट्स। 8051 जो प्रोग्राम काउंटर है वो किन्ने बिट्स का होंदा वा वो होंदा अपना 16 बिट्स का मीन 16 बिट का अपना प्रोग्राम काउंटर होंदा वा 8051। अगला है इंटरनल रैम ऑफ 8051 इज़ ऑफ डैश बाइट्स। जी इंटरनल रैम है मीनस 8051 जी इनबिल्ट रैम है वो किन्ने बाइट्स की है वो आप अज ही पढ़िया फीचर्स वो होंगी अपनी 128 बाइट्स की। अगला है 8051 हैज़ डैश इनपुट आउटपुट पोर्ट्स मतलब किन्ने पोर्ट्स होंगे है 8051 जो IO पोर्ट्स है इतने आप लिखा इनपुट आउटपुट पोर्ट्स किन्ने पोर्ट्स होंगे है वो है 4 ਕਿਹੜੇ ਸੀਗੇ P0 P1 P2 ਤੇ P3 पोर्ट 0 पोर्ट 1 पोर्ट 2 ਤੇ पोर्ट 3। नेक्स्ट 1 मार्क क्वेश्चन है देयर इज डैश ऑन चिप रोम ऑफ माइक्रो कंट्रोलर 8051। 8051 की जी ऑन चिप रोम है मीनस इनबिल्ट कितनी रोम है वो है अपनी 4 किलोबाइट्स। नेक्स्ट है इन 8051 डेटा बस इज़ ऑफ डैश बिट्स।
जो डेटा बस है किन्ने बिट दी है, वो अपनी हैगी है 8 बिट दी। नैक्सट इन 8051 एड्रैस बस इज ऑफ डैश बिट्स, एड्रैस बस किन्नी बिट दी अपनी 16 बिट दी, डेटा बस 8 बिट दी तो एड्रैस बस 16 बिट दी। नैक्सट है क्वेश्चन अपना, देयर आर डैश नंबर ऑफ टाइमर्स इन 8051 माइक्रो कंट्रोलर। नंबर ऑफ टाइमर्स किन्ने होंगे अपने को 8051 च 2, तो दोनों किन्ने किन्ने बिट दे 16 बिट दे। तो लास्ट है अपना 8051 इज बेस्ड ऑन हार्वर्ड आर्किटेक्चर, ट्रू और फॉल्स। मीनस ट्रू के फॉल्स है, जो 8051 है वो हार्वर्ड आर्किटेक्चर से बेस है कि नहीं है, ये आप आज डिस्कस किया भी है। 2 मैमरी होंगी है डिफरेंट, प्रोग्राम अलग होंगी है, डेटा अलग होंगी है, तो वो जो अपना आर्किटेक्चर है जो 2 डिफरेंट मैमरीज हो, प्रोग्राम अलग तो डेटा अलग, वो अपनी है हार्वर्ड आर्किटेक्चर। तो फिर जो 8051 है वो कि बेस होया, क्योंकि ये प्रोग्राम मैमरी भी वक्री है, डेटा मैमरी भी डिफरेंट है, 2 अलग मैमरीज हैं, प्रोग्राम सेव करने वास्ते अलग है तो डेटा वास्ते अलग है, इसलिए अपना कि बेस होया, ये अपना होया हार्वर्ड दे बेस, इसलिए अपना लास्ट की होएगा ट्रू। ठीक है, ठीक है, अज की वीडियो इन्ना ही है। तो नैक्सट वीडियो च आपां 8051 जो बाकी जो ब्लॉक्स रह गए हैं उन्होंने आप डिस्कस करांगे। ओके।